ਜਿਹੜਾ ਕਿਸਾਨ ਅੰਦੋਲਨ ਨੂੰ ਲੈ ਕੇ ਰਵੀ ਸਿੰਘ ਖਾਲਸਾ ਏਡ ਵਾਲਾ ਨੇ ਕੱਲ ਕੁਝ ਆਪਣੇ ਵਿਚਾਰ ਪੇਸ਼ ਕੀਤੇ। ਮੈਂ ਉਹਨਾਂ ਦੇ ਬਹੁਤ ਧਿਆਨ ਨਾਲ ਸਾਰਾ ਤਕਰੀਰ ਸੁਣੀ ਆ। ਬਹੁਤ ਪਾਏਦਾਰ ਤੇ ਬਹੁਤ ਅੱਛੇ ਸੁਝਾਅ ਦਿੱਤੇ ਨੇ ਔਰ ਮੈਂ ਸਮਝਦਾ ਕਿ ਸਭ ਤੋਂ ਵੱਡਾ ਸੁਝਾਅ ਉਹਨਾਂ ਦਾ ਸੀਗਾ ਕਿ ਇਸ ਵਕਤ ਜਿਹੜੇ ਕਿਸਾਨ ਅੰਦੋਲਨ ਦੇ ਆਗੂ ਨੇ, ਚਾਹੇ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਤੇ ਚਾਹੇ ਉਹ ਸਾਡੇ ਨੌਜਵਾਨ ਉੱਭਰਦੇ ਹੋਏ ਸਿਤਾਰੇ ਨੇ ਪੰਜਾਬ ਦੇ, ਉਹਨਾਂ ਨੂੰ ਮੁਕੰਮਲ ਤੌਰ ਤੇ ਏਕਾ ਬਣਾ ਕੇ ਰੱਖਣੀ ਚਾਹੀਦੀ ਹੈ। ਛੋਟੇ-ਮੋਟੇ ਖਿਆਲਾਤ ਦਾ ਜਿਹੜਾ ਹੈ ਆਪਸ ਵਿੱਚ ਨਾ ਮਿਲਣਾ ਉਹ ਛੋਟੀ ਗੱਲ ਆ, ਕਿਉਂਕਿ ਅੰਦੋਲਨ ਹੈਗਾ ਬਹੁਤ ਵੱਡਾ। ਇਸ ਤਰ੍ਹਾਂ ਦੇ ਅੰਦੋਲਨ ਕਈ ਦਹਾਕਿਆਂ ਮਗਰੋਂ ਆਉਂਦੇ ਨੇ। ਅੱਜ ਦੇ ਮਾਡਰਨ ਇੰਡੀਆ ਦੇ ਇਤਿਹਾਸ ਵਿੱਚ ਇਹਦੇ ਨਾਲ ਦਾ ਤਕਰੀਬਨ ਅਗਰ ਕੋਈ ਐਡਾ ਵੱਡਾ ਅੰਦੋਲਨ ਲੰਬਾ ਅਰਸਾ ਚੱਲਿਆ ਤਾਂ ਸਿਰਫ ਉਹ ਐਮਰਜੈਂਸੀ ਦੇ ਖਿਲਾਫ ਮੋਰਚਾ ਸੀਗਾ। ਉਹਦੇ 'ਚ ਵੀ ਪੰਜਾਬ ਦਾ ਬਹੁਤ ਵੱਡਾ ਰੋਲ ਸੀਗਾ ਔਰ ਸਾਰੀਆਂ ਜਥੇਬੰਦੀਆਂ ਨੂੰ ਤੇ ਸਾਰੇ ਆਗੂਆਂ ਨੂੰ ਇੱਕ ਗੱਲ ਅੱਛੀ ਤਰ੍ਹਾਂ ਸਮਝਣੀ ਚਾਹੀਦੀ ਕਿ ਇਹ ਜਿਹੜਾ ਅੰਦੋਲਨ ਹੈ ਨਾ, ਇਹ ਕਿਸੇ ਕੌਜ਼ ਵਾਸਤੇ ਆ, ਇਹ ਕਿਸੇ ਮਕਸਦ ਲਈ ਲੋਕ ਉੱਥੇ ਗਏ ਹੋਏ ਨੇ। ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਲੋਕ ਨਹੀਂ ਜੁੜੇ, ਕਿਸੇ ਇੱਕ ਜਥੇਬੰਦੀ ਦੇ ਨਾਲ ਲੋਕ ਨਹੀਂ ਜੁੜੇ। ਇੱਕ ਬਹੁਤ ਵੱਡਾ ਲਾਰਜਰ ਇੰਟਰਸਟ ਪੰਜਾਬ ਦਾ ਅਤੇ ਦੇਸ਼ ਦੇ ਕਿਸਾਨਾਂ ਦਾ ਲੋਕਾਂ ਨੂੰ ਨਜ਼ਰ ਆਇਆ ਇਸ ਵਿੱਚ। ਔਰ ਮੈਂ ਇੱਥੇ ਇਹ ਵੀ ਗੱਲ ਕਹਿਣ 'ਚ ਗੁਰੇਜ਼ ਨਹੀਂ ਕਰਦਾ ਕਿ ਠੀਕ ਹੈ ਇਹ ਕਿਸਾਨਾਂ ਦਾ ਅੰਦੋਲਨ ਹੈ, ਇਹਦੇ 'ਚ ਕੋਈ ਸ਼ੱਕ ਨਹੀਂਗਾ, ਪਰ ਇਹ 'ਚ ਬਹੁਤ ਸਾਰੇ ਗੈਰ ਕਿਸਾਨ ਵੀ ਗਏ ਨੇ, ਬਹੁਤ ਸਾਰੇ ਹੋਰ ਵਰਗਾਂ ਦੇ ਲੋਕ ਨੇ। ਔਰ ਪੰਜਾਬ, ਮੈਂ ਇਸ ਲਈ ਜ਼ਿਕਰ ਦੁਬਾਰਾ ਕਰਦਾ ਕਿਉਂਕਿ ਪੰਜਾਬ ਮੋਢੀ ਰਿਹਾ ਇਸ ਤਰ੍ਹਾਂ ਦੇ ਅੰਦੋਲਨਾਂ ਦਾ, ਅੱਜ ਦਾ ਨਹੀਂ, ਅਰਸੇ ਤੋਂ, ਕਈ ਸਦੀਆਂ ਤੋਂ। ਤੇ ਤਾਜ਼ੀ ਗੱਲ ਕਰ ਲਈਏ ਕਿ ਇਸ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਪਹਿਲਾ ਬਿਗਲ ਜਿਹੜਾ ਸੀ ਪੰਜਾਬ ਦੇ ਲੋਕਾਂ ਨੇ ਵਜਾਇਆ ਸੀਗਾ। ਔਰ ਇਹ ਜਿਹੜਾ ਪੰਜਾਬ ਹੁਣ ਨਾ ਇੱਕ ਐਜ ਦੇ ਅੱਜ ਦਾ ਐਜ ਤੇ ਮਤਲਬ ਕਿ ਲੋਕਾਂ ਦੇ ਵਿੱਚ ਬਹੁਤ ਭਾਰੀ ਫਰਸਟ੍ਰੇਸ਼ਨ ਆ, ਲੋਕਾਂ ਦੇ ਵਿੱਚ ਬਹੁਤ ਅੰਦਰੋਂ ਇਸ ਸਿਸਟਮ ਦੇ ਪ੍ਰਤੀ ਲੋਕ ਬਹੁਤ ਨਾਖੁਸ਼ ਨੇ, ਜਿਹਦੇ ਕਰਕੇ ਸਾਡੇ ਵਿਦੇਸ਼ਾਂ 'ਚ ਲੱਖਾਂ ਦੀ ਤਾਦਾਦ ਵਿੱਚ ਸਾਡੇ ਨੌਜਵਾਨ ਆਪਣਾ ਦੇਸ਼ ਹੀ ਛੱਡ ਕੇ ਵਿਦੇਸ਼ਾਂ ਚਲੇ ਗਏ ਕਿਉਂਕਿ ਉਹਨਾਂ ਨੂੰ ਇਸ ਇਨਸਾਫ ਪਸੰਦੀ ਦਾ ਰਾਜ ਨਹੀਂ ਮਿਲ ਰਿਹਾ। ਔਰ ਅਗਰ ਤੁਸੀਂ ਦੇਖੋਗੇ ਕਿ ਪਿਛਲੇ 3-4 ਸਾਲ ਵਿੱਚ 3 ਵੱਡੀਆਂ ਮੋਬਿਲਾਈਜੇਸ਼ਨਸ ਹੋਈਆਂ ਨੇ। ਇੱਕ ਮੋਬਿਲਾਈਜੇਸ਼ਨ ਹੋਈ ਬਹੁਤ ਵੱਡੀ ਬਰਗਾੜੀ ਦੇ ਮੋਰਚੇ ਦੀ। ਉਹ ਗੱਲ ਲੱਗ ਗਿਆ ਕਿ ਉਹਨਾਂ ਦਾ ਜਿਹੜਾ ਸੰਚਾਲਕ ਸੀਗੇ ਉਹਨਾਂ ਦੇ ਮਨ ਵਿੱਚ ਐਂ ਲੱਗਣ ਲੱਗ ਗਿਆ ਕਿ ਸ਼ਾਇਦ ਸਾਰਾ ਅੰਦੋਲਨ ਮੇਰੇ ਇਕੱਲੇ ਦੇ ਕਰਕੇ ਹੈ। ਔਰ ਉਹਨਾਂ ਦੇ ਮਨ ਵਿੱਚ ਬੇਈਮਾਨੀ ਆ ਗਈ, ਕੋਈ ਐਂਬਿਸ਼ਨ ਆ ਗਈ ਗਲਤ। ਔਰ ਉਹਨਾਂ ਨੇ, ਲੋਕਾਂ ਨੇ ਕੋਈ ਕਸਰ ਨਹੀਂ ਛੱਡੀ। ਮੋਰਚਾ ਉਹਨਾਂ ਲੋਕਾਂ ਨੇ ਜਿਹੜੇ ਚਲਾਉਣ ਵਾਲੇ ਸੀ ਉਹਨਾਂ ਦੇ ਬਦਨੀਤੀ ਦੇ ਕਰਕੇ ਮੋਰਚਾ ਫੇਲ ਹੋਇਆ। ਉਸ ਤੋਂ ਪਹਿਲਾਂ ਸਰਬੱਤ ਖਾਲਸੇ ਦੇ ਇਕੱਠ ਹੋਇਆ ਚੱਬੇ ਵਿਖੇ, ਉੱਥੇ ਵੀ ਲੱਖਾਂ ਦੀ ਤਾਦਾਦ ਵਿੱਚ ਲੋਕ ਕੂਚ ਕਰਕੇ ਗਏ। ਸ਼ਾਇਦ ਉੱਥੇ ਵੀ ਪ੍ਰਬੰਧਕਾਂ ਨੂੰ ਲੱਗਣ ਲੱਗ ਗਿਆ ਕਿ ਸਾਡੇ ਕਰਕੇ ਹੋ ਰਿਹਾ ਸਾਰਾ ਇਹ। ਔਰ ਤੀਸਰਾ ਹੁਣ ਜਿਹੜਾ ਇਹ ਅੰਦੋਲਨ ਹੈ, ਹੁਣ ਤਾਂ ਖੈਰ ਸਿਰਾ ਹੀ ਲਾ ਦਿੱਤਾ ਨਾ ਕਿ ਪਹਿਲਾਂ ਪੰਜਾਬ ਦੇ ਵਿੱਚ 2-3 ਮਹੀਨੇ ਅੰਦੋਲਨ ਚੱਲਿਆ ਤੇ ਹੁਣ ਕਾਫੀ ਅਰਸੇ ਤੋਂ ਦਿੱਲੀ ਦੇ ਵਿੱਚ ਬਹੁਤ ਐਡੀ ਕੜਕ ਦੀ ਠੰਡ ਵਿੱਚ। ਇਸ ਲਈ ਇਸ ਅੰਦੋਲਨ ਦਾ ਕਾਮਯਾਬ ਹੋਣਾ ਬਹੁਤ ਲਾਜ਼ਮੀ ਹੈ। ਪੰਜਾਬ ਦੇ ਹਿੱਤ ਵਿੱਚ ਆ, ਕਿਸਾਨਾਂ ਦੇ ਹਿੱਤ ਵਿੱਚ ਆ, ਬਲਕਿ ਇਸ ਦੇਸ਼ ਦੇ ਹਿੱਤ ਵਿੱਚ ਆ। ਔਰ ਕਾਮਯਾਬ ਤਾਂ ਹੀ ਹੋਵੇਗਾ ਜੇ ਸਾਡਾ ਮਜ਼ਬੂਤ ਏਕਾ ਕੇਂਦਰ ਦੀ ਸਰਕਾਰ ਨੂੰ ਨਜ਼ਰ ਆਵੇਗਾ। ਜਿੱਦਣ ਉਹਨਾਂ ਨੂੰ ਲੱਗਣ ਲੱਗ ਗਿਆ ਕਿ ਇਹ ਦੁਫਾੜ ਹੋ ਰਹੇ ਨੇ ਜਾਂ ਕੁਝ ਨੌਜਵਾਨ ਵਿੱਚੋਂ ਅਲੱਗ ਸੁਰਾਂ ਵਿੱਚ ਬੋਲ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਅਲੱਗ ਸੁਰਾਂ 'ਚ ਬੋਲ ਰਹੇ ਨੇ, ਉਹਨਾਂ ਨੇ ਉਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਐਕਸਪਲੋਇਟ ਕਰਨਾ। ਤਾਂ ਹੀ ਮੈਂ ਰਵੀ ਸਿੰਘ ਖਾਲਸਾ ਏਡ ਦੀ ਗੱਲ ਕੀਤੀ ਕਿਉਂਕਿ ਉਹਨਾਂ ਦੀ ਕ੍ਰੈਡੀਬਿਲਿਟੀ ਹੈ ਇਸ ਦੁਨੀਆ ਦੇ ਵਿੱਚ। ਉਹਨਾਂ ਨੇ ਨਾ ਸਿਰਫ ਇਸ ਅੰਦੋਲਨ ਨੂੰ ਸਸਟੇਨ ਕੀਤਾ ਬਲਕਿ ਦੁਨੀਆ ਭਰ ਦੇ ਵਿੱਚ ਜਿਹੜੇ ਲੋੜਵੰਦ ਲੋਕ ਸੀ, ਰਿਫਿਊਜੀ ਸੀਗੇ, ਲਤਾੜੇ ਹੋਏ ਸੀ, ਮਾਰੇ ਹੋਏ ਸੀ, ਕੁਦਰਤੀ ਆਫਤਾਂ ਦੇ ਸ਼ਿਕਾਰ ਸੀਗੇ, ਇਹ ਸਾਡੀ ਜਥੇਬੰਦੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਵੈਸੇ ਕਰਨਾ ਤਾਂ ਐਸਜੀਪੀਸੀ ਨੂੰ ਚਾਹੀਦਾ ਸੀ, ਪਰ ਮੈਂ ਹੁਣ ਉਸ ਪਾਸੇ ਨਹੀਂ ਜਾਣਾ ਚਾਹੁੰਦਾ। ਤਾਂ ਜਿਹੜੇ ਉਹਨਾਂ ਨੇ ਸਭ ਤੋਂ ਮੈਨੇਖੇਜ਼ ਗੱਲ ਕਹੀ ਕਿ ਆਪਾਂ ਨੂੰ ਏਕਾ ਬਰਕਰਾਰ ਰੱਖਣ ਦੀ ਲੋੜ ਪੈਂਦੀ ਹੈ। ਛੋਟੇ-ਮੋਟੇ ਡਿਫਰੈਂਸਸ ਆਫ ਓਪੀਨੀਅਨ ਹਰ ਜਗ੍ਹਾ ਤੇ ਹੁੰਦੇ ਨੇ, ਉਹਨਾਂ ਨੂੰ ਅੰਦਰ ਬੈਠ ਕੇ ਸੌਟ ਆਊਟ ਕਰਨਾ, ਸੋਸ਼ਲ ਮੀਡੀਆ ਤੇ ਆਣ ਕੇ ਬਾਹਰ ਕਹਿਣਾ ਜਾਂ ਮੀਡੀਆ ਦੇ ਵਿੱਚ ਆਣਾ, ਕੋਈ ਵੀ ਇੱਕ ਧਿਰ ਕਵੇ ਤਾਂ ਮੈਂ ਸਮਝਦਾ ਕਿ ਉਹਦੇ 'ਚ ਅੰਦੋਲਨ ਜਿਹੜਾ ਹੈ ਕਮਜ਼ੋਰ ਹੋਵੇਗਾ। ਨੌਜਵਾਨ ਮੇਰੇ ਸਾਡੇ ਸਾਰੇ ਸਤਿਕਾਰਯੋਗ ਸਾਥੀ ਨੇ, ਮੈਨੂੰ ਪਤਾ ਕਿ ਜੋਸ਼ ਹੁੰਦਾ, ਜਿਹੜਾ ਖੂਨ ਵਿੱਚ ਗਰਮੀ ਹੁੰਦੀ ਨੌਜਵਾਨਾਂ ਦੇ, ਪਰ ਇੱਕ ਗੱਲ ਯਾਦ ਰੱਖਿਓ ਕਿ ਕਿਸਾਨ ਜਥੇਬੰਦੀਆਂ ਵੀ ਕਈ ਦਹਾਕਿਆਂ ਚੋਂ ਸੰਘਰਸ਼ ਕਰ ਰਹੀਆਂ ਨੇ। ਆਪਾਂ ਉਹਨਾਂ ਦਾ ਵੀ ਰਿਸਪੈਕਟ ਮਾਣ ਸਤਿਕਾਰ ਕਰੀਏ। ਕਿਸਾਨ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਬੜੇ ਅਰਸੇ ਤੋਂ ਕਿਸਾਨਾਂ ਦੇ ਲੜਾਈ ਲੜ ਰਹੇ ਸੀਗੇ, ਪਰ ਇੱਕ ਗੱਲ ਯਾਦ ਰੱਖਣਾ ਕਿ ਇਸ ਤਰ੍ਹਾਂ ਦਾ ਅੰਦੋਲਨ ਤੁਹਾਡਾ ਕਦੀ ਬਣ ਨਹੀਂ ਸਕਿਆ ਸੀਗਾ ਕਿਉਂਕਿ ਇਸ ਅੰਦੋਲਨ ਨੂੰ ਖੜਾ ਕਰਨ ਵਿੱਚ ਨਾ ਸਿਰਫ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਹੈ, ਸਿੱਖਾਂ ਦੀ ਹੈ, ਬਲਕਿ ਦੁਨੀਆ ਭਰ ਵਿੱਚ ਬੈਠੇ ਪੰਜਾਬੀਆਂ ਨੇ ਆਪਣਾ ਸਭ ਕੁਝ ਝੋਕ ਦਿੱਤਾ। ਇਹ ਬੜੀ ਵੱਡੀ ਇਨਵੈਸਟਮੈਂਟ ਹੋਈ ਆ, ਹਿਊਮਨ ਰਿਸੋਰਸ ਦੀ ਇਨਵੈਸਟਮੈਂਟ ਹੈ, ਸਾਡੀ ਆਰਥਿਕ ਤੌਰ ਤੇ ਬਹੁਤ ਵੱਡੀ ਇਨਵੈਸਟਮੈਂਟ ਹੈ ਤੇ ਸਾਡੀ ਅਖਲਾਕੀ ਤੌਰ ਤੇ ਸਾਡੀ ਗੈਰਤ ਦੀ ਬਹੁਤ ਵੱਡੀ ਇਨਵੈਸਟਮੈਂਟ ਹੈ। ਅਗਰ ਇਹ ਮੋਰਚਾ ਕਾਮਯਾਬ ਹੋ ਕੇ ਆਉਂਦੇ ਅਸੀਂ ਤਾਂ ਸਮਝ ਲਓ ਕਿ ਪੰਜਾਬ ਦੀ ਇੱਕ ਫਿਜ਼ਾ ਬਦਲੇਗੀ, ਕਿਸਾਨਾਂ ਦੀ ਫਿਜ਼ਾ ਬਦਲਣ ਦੀ ਬਹੁਤ ਵੱਡੀ ਉਮੀਦ ਹੈ। ਦੂਸਰਾ ਮੈਂ ਕਹਿਣਾ ਚਾਹੁੰਦਾ ਕਿ
ਜਿਹੜੀ ਕੋਈ ਜਿਹੜੇ ਯੁੱਧ ਚੱਲਦੇ ਸੀ ਨਾ ਪੁਰਾਣੇ ਜ਼ਮਾਨੇ ਦੇ ਵਿੱਚ, ਉਹਦੇ ਵਿੱਚ ਵੀ ਸਟ੍ਰੈਟੇਜੀ ਨਾਲ ਜਿਹੜੀਆਂ ਲੜਾਈਆਂ ਜਿੱਤੀਆਂ ਜਾਂਦੀਆਂ ਸੀ। ਸਟ੍ਰੈਟੇਜੀ ਬਹੁਤ ਇੰਪੋਰਟੈਂਟ ਹੈ। ਠੀਕ ਹੈ, ਵਕਾਰ ਸਾਡਾ ਸਭ ਦਾ ਵਾ ਕਿ ਅਸੀਂ ਤਿੰਨੇ ਕਾਨੂੰਨ ਰੱਦ ਹੀ ਕਰਾਉਣੇ ਆ, ਇਹ ਆਪਣੀ ਨੰਬਰ 1 ਸਾਡੀ ਡਿਮਾਂਡ ਆ। ਪਰ ਅਗਰ ਆਪਾਂ ਨੂੰ ਕਿਸੇ ਸਟ੍ਰੈਟੇਜੀ ਦੇ ਤਹਿਤ ਲਗਭਗ ਉਹੀ ਫਾਇਦਾ ਹੁੰਦਾ ਹੋਵੇ ਜਿਹੜਾ 3 ਕਾਨੂੰਨ ਰੱਦ ਕਰਾਉਣ ਕਰਕੇ ਹੁੰਦਾ, ਤੇ ਉਹਨੂੰ ਕੰਸੀਡਰ ਕਰਨਾ ਕੋਈ ਮਾੜੀ ਗੱਲ ਨਹੀਂ ਕੀ। ਬਹੁਤ ਤੁਸੀਂ ਅਗਰ ਪੜ੍ਹੋਗੇ ਇਤਿਹਾਸ ਵਿੱਚ ਬਹੁਤ ਸਾਰੀਆਂ ਜਿਹੜੇ ਫੌਜੀ ਹਮਲੇ ਨੇ, ਉਹ ਬਹੁਤ ਸਾਰੇ ਫਾਰਵਰਡ ਲਾਈਨ ਤੋਂ ਜਾ ਕੇ ਥੋੜਾ ਸਮਾਂ ਰਿਟਰੀਟ ਕਰਕੇ ਸਾਹ ਲੈ ਕੇ ਸਾਹ ਭਰ ਕੇ ਮੁੜ ਕੇ ਫਿਰ ਉਹਨਾਂ ਨੇ ਉਹ ਲੜਾਈਆਂ ਜਿੱਤੀਆਂ ਨੇ। ਅਗਰ ਆਪਾਂ ਇਸ ਮੋਰਚੇ ਵਿੱਚ ਥੋੜਾ ਬਹੁਤਾ ਸਾਹ ਰੱਖ ਕੇ, ਦਮ ਰੱਖ ਕੇ ਤੇ ਅਕਲਮੰਦੀ ਦੇ ਨਾਲ ਤੇ ਸਹਿਨਸ਼ੀਲਤਾ ਦੇ ਨਾਲ ਆਪਾਂ ਅੱਗੇ ਲੈ ਕੇ ਜਾਵਾਂਗੇ ਤੇ ਆਪਣੀ ਬਹੁਤ ਵੱਡੀ ਜਿੱਤ ਹੋਵੇਗੀ ਆਉਣ ਵਾਲੇ ਸਮੇਂ ਦੀ। ਔਰ ਡਾਇਲੌਗ ਨੂੰ ਕਦੀ ਤੋੜਨ ਦਾ ਮੈਂ ਸਮਝਦਾ ਕਿ ਮੌਕਾ ਨਹੀਂ ਦੇਣਾ ਚਾਹੀਦਾ ਸਰਕਾਰ ਨੂੰ ਜਾਂ ਦੇਸ਼ ਨੂੰ। ਇਹ ਨਾ ਲੱਗੇ ਕਿ ਇਕੱਲੇ ਕਿਸਾਨ ਹੀ ਜਿੱਤ ਨੇ। ਅੱਜ ਤੱਕ ਕਿਸਾਨ ਜਥੇਬੰਦੀਆਂ ਤੇ ਉੱਥੇ ਬੈਠੇ ਲੋਕਾਂ ਨੇ, ਅੰਦੋਲਨਕਾਰੀਆਂ ਨੇ ਕੋਈ ਮੌਕਾ ਨਹੀਂ ਦਿੱਤਾ। ਬਥੇਰਾ ਮੀਡੀਆ ਨੇ ਉਹਨਾਂ ਨੂੰ ਭੰਡਣ ਦੀ ਕੋਸ਼ਿਸ਼ ਕੀਤੀ, ਖਾਲਿਸਤਾਨੀ ਨੇ, ਨਕਸਲਵਾਦੀ ਨੇ, ਇਹ ਹੁੱਲੜਬਾਜ਼ ਨੇ। ਪਰ ਇਸ ਅੰਦੋਲਨ ਦੀ ਜਿਹੜੀ ਸਭ ਤੋਂ ਸ਼ਾਨਦਾਰ ਤੇ ਤਾਕਤਵਰ ਗੱਲ ਸੀ ਕਿ ਇਹਨਾਂ ਨੇ ਇਸ ਅੰਦੋਲਨ ਨੂੰ ਪੀਸਫੁਲ ਰੱਖਿਆ ਵਾ। ਔਰ ਜਿਹੜੀ ਗੱਲ ਰਵੀ ਸਿੰਘ ਉਹਨਾਂ ਨੇ ਖੋਰ ਕਹੀ ਕਿ ਅਗਰ ਉਹ ਆਪਣਾ ਆਫਰ ਉਹਨਾਂ ਨੇ ਕੀਤੀ ਕਿ ਅਗਰ ਕੋਈ ਲੋੜ ਪਈ ਤਾਂ ਉਹ ਵੀ ਕੋਈ ਰੋਲ ਅਦਾ ਕਰ ਸਕਦੇ। ਦੇਖੋ ਕਈ ਵਾਰ ਉਦਾਂ ਹੁੰਦਾ ਕਿ ਡੈਡਲੌਕ ਹੋ ਜਾਂਦਾ ਤੇ ਕਈ ਵਾਰ ਦੋਨਾਂ ਧਿਰਾਂ ਇੱਕ ਜਗ੍ਹਾ ਤੇ ਆਣ ਕੇ ਫਸ ਜਾਂਦੀਆਂ ਨੇ। ਮੈਂ ਵੀ ਇਸ ਗੱਲ ਦੀ ਪ੍ਰੋੜਤਾ ਕਰੂੰਗਾ ਕਿ ਅਗਰ ਦੁਨੀਆ ਦੇ ਵਿੱਚ ਜਿਹੜੇ ਲੋਕ ਕਿਸੇ ਨਾਲ ਜੁੜੇ ਨਹੀਂਗੇ, ਜਿਹੜੇ ਲੋਕ ਤਾਂ ਪੋਲੀਟੀਕਲ ਪਾਰਟੀਆਂ ਨਾਲ ਜੁੜੇ, ਉਹ ਗੱਲ ਛੱਡ ਦਈਏ ਆਪਾਂ, ਜਿਹੜੇ ਲੋਕ ਨਹੀਂ ਕਿਸੇ ਨਾਲ ਜੁੜੇ, ਅਗਰ ਉਹਨਾਂ ਦੀ ਵੀ ਆਪਾਂ ਸ਼ਮੂਲੀਅਤ ਕਰਾਂਗੇ, ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਇਸ ਅੰਦੋਲਨ ਦੇ ਵਿੱਚ ਹੋਰ ਵਜਨ ਜਿਹੜਾ ਉਹ ਐਡ ਹੋਵੇਗਾ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਕਿ ਜਿਹੜਾ 26 ਤਰੀਕ ਨੂੰ ਮੋਦੀ ਦੀ ਸਰਕਾਰ ਨੇ ਜਿਹੜੇ ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਉਹਨਾਂ ਨੂੰ ਚੀਫ ਗੈਸਟ ਬੁਲਾਇਆ ਸੀਗਾ, ਜਿਹੜਾ ਰਿਪਬਲਿਕ ਡੇ ਦੀ ਪਰੇਡ ਹੋਣੀ ਹੈ। ਉਹਨਾਂ ਨੇ ਉਸ ਦਾ ਜਵਾਬ ਦਿੱਤਾ। ਮੈਂ ਇੱਕ ਤਾਂ ਉਹਨਾਂ ਦਾ ਸਵਾਗਤ ਕਰਦਾ, ਭਾਵਾਂ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਦੇਸ਼ ਵਿੱਚ ਕਰੋਨਾ ਦਾ ਬਹੁਤ ਵੱਡਾ ਦੁਬਾਰਾ ਅਟੈਕ ਹੋਇਆ। ਕਰੋਨਾ ਨੂੰ ਆਧਾਰ ਬਣਾ ਕੇ ਉਹਨਾਂ ਨੇ ਕਿਹਾ ਕਿ ਮੈਂ 26 ਤਰੀਕ ਦਾ ਰਿਪਬਲਿਕ ਡੇ ਦਾ ਫੰਕਸ਼ਨ ਨਹੀਂ ਅਟੈਂਡ ਕਰ ਸਕਦਾ। ਪਰ ਅਸਲ ਵਿੱਚ ਕਹਾਣੀ ਇਹ ਹੈ ਕਿ ਜਿਹੜਾ ਸਾਡਾ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀਆਂ ਦਾ ਤੇ ਸਿੱਖਾਂ ਦਾ ਇੱਕ ਪ੍ਰੈਸ਼ਰ ਬਿਲਡ ਹੋਇਆ ਨਾ, ਉਸ ਪ੍ਰੈਸ਼ਰ ਨੇ ਉਹਨੂੰ ਮਜਬੂਰ ਕੀਤਾ ਕਿ ਮੈਂ ਭਾਰਤ ਦੀ ਇਸ ਰਿਪਬਲਿਕ ਡੇ ਦੇ ਫੰਕਸ਼ਨ ਤੇ ਨਹੀਂ ਜਾਣਾ। ਮੋਦੀ ਹੁਣੀ ਚਾਹੇ ਕੁਝ ਵੀ ਕਹੀ ਜਾਣ, ਪਰ ਸਾਰੀ ਦੁਨੀਆ ਨੂੰ ਪਤਾ ਵਾ ਕਰੋਨਾ ਦਾ ਅਟੈਕ ਤਾਂ ਇੰਗਲੈਂਡ ਵਿੱਚ ਹੁਣ ਪਿਛਲੇ ਲਗਭਗ ਇੱਕ ਮਹੀਨੇ ਤੋਂ ਪਹਿਲਾਂ ਦਾ ਰਿਵਾਈਵ ਹੋ ਚੁੱਕਾ ਵਾ। ਪਰ ਉਹਨਾਂ ਦਾ ਫੈਸਲਾ ਆਉਣ ਦਾ ਵੀ ਹੁਣ ਸੀਗਾ ਤੇ ਕੈਂਸਲ ਕਰਨ ਦਾ ਵੀ ਜਿਹੜਾ ਸੀਗਾ ਉਹ ਹੋਣਾ। ਉਹਦਾ ਵੀ ਸਿਹਰਾ ਜਿਹੜਾ ਵਾ ਉਹ ਅੰਦੋਲਨ ਨੂੰ ਜਾਂਦਾ। ਅੰਦੋਲਨ ਦੇ ਜਿਨ੍ਹਾਂ ਲੋਕਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਨੇ ਇਸ ਨੂੰ ਕਾਮਯਾਬ ਕੀਤਾ, ਜਿਹੜਾ ਇੱਕ ਪ੍ਰੈਸ਼ਰ ਵਰਲਡ ਵਾਈਡ ਬਣਿਆ, ਇਹ ਉਸ ਦਾ ਸਿਹਰਾ ਸਾਰਾ ਉਹਨਾਂ ਲੋਕਾਂ ਨੂੰ ਜਾਂਦਾ। ਤੀਸਰਾ ਇੱਕ ਸੁਝਾਅ ਸ਼ਾਇਦ ਕੁਝ ਲੋਕਾਂ ਨੂੰ ਚੰਗਾ ਨਾ ਲੱਗੇ, ਪਰ ਮੈਂ ਕਹਿਣਾ ਚਾਹੁੰਦਾ ਕਿ 50 ਤੋਂ ਜ਼ਿਆਦਾ ਕਿਸਾਨ ਇਸ ਮੋਰਚੇ ਦੇ ਸੰਘਰਸ਼ ਦੇ ਦੌਰਾਨ ਉਹਨਾਂ ਦੀਆਂ ਜਾਨਾਂ ਜਾ ਚੁੱਕੀਆਂ, ਮਰ ਚੁੱਕੇ ਨੇ। ਜਾਨ ਦੀ ਤਾਂ ਕੋਈ ਕੀਮਤ ਹੈ ਹੀ ਨਹੀਂ, ਚਾਹੇ ਉਹ ਕਿੱਡਾ ਹੀ ਕਮਜ਼ੋਰ ਕੋਈ ਗਰੀਬ ਆਦਮੀ ਆ, ਲੇਕਿਨ ਉਹਦੀ ਜਿਹੜੀ ਕੀਮਤ ਹੈ ਜਾਨ ਦੀ, ਉਹ ਇਨਸਾਨੀਅਤ ਪੱਖ ਤੋਂ ਦੇਖੇ ਤਾਂ ਸਾਰਿਆਂ ਦੀ ਬਰਾਬਰ ਆ। ਇਸ ਲਈ ਔਰ ਇਹਦਾ ਕੋਈ ਸ਼ੱਕ ਨਹੀਂ ਹੈਗਾ ਕਿ ਦੁੱਖ ਵੀ ਬਹੁਤ ਹੁੰਦਾ ਘਰਦਿਆਂ ਨੂੰ ਜਦੋਂ ਕੋਈ ਅਕਾਲ ਚਲਾਣਾ ਕਰਦਾ। ਪਰ ਜਦੋਂ ਹੁਣ ਮੋਦੀ ਦੀ ਸਰਕਾਰ ਇੰਨੀ ਢੀਠ ਹੋਈ ਆ, ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਤੇ ਸਾਰਿਆਂ ਨੂੰ ਉੱਥੇ ਬੈਠੇ ਇੱਕ ਗੱਲ ਵਿਚਾਰ ਲਿਓ ਕਿ ਇਸ ਤੋਂ ਬਾਅਦ ਜਿਹੜੇ ਕਿਸਾਨਾਂ ਨੂੰ ਅਨਫੋਰਚੂਨੇਟਲੀ ਉਹਨਾਂ ਦੀਆਂ ਮੌਤਾਂ ਹੋਣਗੀਆਂ, ਉਹਨਾਂ ਦੀ ਕ੍ਰੀਮੇਸ਼ਨ ਨਾ ਕੀਤੀ ਜਾਵੇ, ਉਹਨਾਂ ਦਾ ਅੰਤਿਮ ਸੰਸਕਾਰ ਨਾ ਕੀਤਾ ਜਾਵੇ, ਉਹਨਾਂ ਨੂੰ ਬਲਕਿ ਠੀਕ ਹੈ ਘਰਦਿਆਂ ਨੂੰ ਸ਼ਾਇਦ ਦੁੱਖ ਲੱਗੇਗਾ, ਪਰ ਜਦੋਂ ਵੀ ਪੰਜਾਬ ਦੇ ਵਿੱਚ ਵੀ ਕੋਈ ਬੇਇਨਸਾਫੀ ਹੁੰਦੀ, ਅਗਰ ਬਾਦਲਾਂ ਦੀ ਬੱਸ ਨੇ ਮੋਗੇ ਵਿੱਚ ਇੱਕ ਲੜਕੀ ਦਲਿਤਾਂ ਦੀ ਦਰੜ ਦਿੱਤੀ ਸੀ, ਉਹਨਾਂ ਨੇ ਉਹਦੀ ਜਿਹੜੀ ਸੀਗੀ ਬੋਡੀ ਨੂੰ, ਉਸ ਨੂੰ ਉਨੀ ਦੇਰ ਨਹੀਂ ਸੰਸਕਾਰ ਕੀਤਾ ਜਦੋਂ ਤੱਕ ਸਰਕਾਰ ਨੇ ਉਹਦੇ ਇਨਸਾਫ ਨਹੀਂ ਦਿੱਤਾ। ਹੋਰ ਵੀ ਬਹੁਤ ਸਾਰੇ ਇਨਸੀਡੈਂਟਸ ਆ, ਜਦੋਂ ਇਨਸਾਫ ਨਹੀਂ ਮਿਲਦਾ ਤੇ ਉਸ ਵਿਅਕਤੀ, ਮਰੇ ਹੋਏ ਵਿਅਕਤੀ ਦੀ ਜਿਹੜੀ ਦੇਹ ਹੈਗੀ, ਬੋਡੀ ਆ, ਉਹ ਰੱਖ ਦਿੰਦੇ ਨੇ ਕਿ ਅਸੀਂ ਤਾਂ ਇਨਸਾਫ ਲੈਣ ਤੋਂ ਬਾਅਦ ਹੀ ਚੁੱਕਾਂਗੇ ਤੇ ਉੱਠਾਂਗੇ। ਅਗਰ ਉੱਥੇ ਦਿੱਲੀ ਦੇ ਵਿੱਚ ਅਗਰ ਮੋਦੀ ਬਜਿੱਦ ਆ, ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਨਹੀਂ ਮੰਨਦੇ, ਤਾਂ ਇੱਕ ਮੋਰਚਰੀ ਵੀ ਬਣ ਜਾਣੀ ਚਾਹੀਦੀ ਆ, ਯਾਨੀ ਕਿ ਉੱਥੇ ਉਨੀ ਦੇਰ ਤੱਕ ਉਹਨਾਂ ਲੋਕਾਂ ਨੂੰ ਕ੍ਰੀਮੇਟ ਨਾ ਕੀਤਾ ਜਾਵੇ, ਅੰਤਿਮ ਸੰਸਕਾਰ ਨਾ ਕੀਤਾ ਜਾਵੇ, ਸਾਰੇ ਇੰਟਰਨੈਸ਼ਨਲ ਮੀਡੀਆ ਦੀ ਨਿਗਾਹ ਜਾਵੇਗੀ ਕਿ ਆਹ ਦੇਖ ਲਓ ਦੇਸ਼ ਕਿਦਾਂ ਦਾ ਵਾ, ਇੱਥੇ ਇੰਨੇ ਲੋਕਾਂ ਦੀਆਂ ਜਾਨਾਂ ਚਲੀ ਗਈਆਂ ਲੇਕਿਨ ਉਹਨਾਂ ਦੀਆਂ ਡੈਡ ਬੋਡੀਜ਼ ਪਈਆਂ, ਪਰ ਇਸ ਸਰਕਾਰ ਦੇ ਸਿਹਤ ਦੇ ਉੱਤੇ ਕੋਈ ਅਸਰ ਨਹੀਂ, ਬਹੁਤ ਵੱਡੇ ਪੱਧਰ ਤੇ ਬਦਨਾਮੀ ਹੋਵੇਗੀ। ਹੋ ਸਕਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਵਾ ਕਿ ਕਈਆਂ ਨੂੰ ਇਹ ਵਿਚਾਰ ਪਸੰਦ ਨਾ ਹੋਣ, ਕਿਉਂਕਿ ਹਰ ਵਿਅਕਤੀ ਚਾਹੁੰਦਾ ਕਿ ਜਿਹੜਾ ਸਾਡੇ ਪਰਿਵਾਰ ਦਾ ਕੋਈ ਅਕਾਲ ਚਲਾਣਾ ਕਰਕੇਗਾ ਉਹਦਾ ਬਾਇਜ਼ਤ ਸੰਸਕਾਰ ਹੋਵੇ। ਆਈ ਅੰਡਰਸਟੈਂਡ ਫੁੱਲੀ, ਪਰ ਇੱਕ ਮੀਡੀਅਮ ਆਫ ਪ੍ਰੋਟੈਸਟ ਆਪਾਂ ਜਿਹੜਾ ਹੁਣ ਵੀ ਜਾ ਕੇ ਉੱਥੇ ਪੁੰਜੇ ਬੈਠੇ ਹੋਏ ਆ, ਜਿਹੜਾ ਆਪਾਂ ਪੂਰਾ ਸਭ ਕੁਝ ਝੋਕ ਦਿੱਤਾ ਇਸ ਅੰਦੋਲਨ ਦੇ ਵਿੱਚ, ਉਹ ਵੀ ਕਈ ਅਣਮਨੁੱਖੀ ਹਾਲਾਤਾਂ ਦੇ ਵਿੱਚ ਵੀ ਆਪਾਂ ਲੰਘ ਰਹੇ ਹਾਂ। ਇਹ ਵੀ ਗੱਲ ਅਣਮਨੁੱਖੀ ਹੋ ਸਕਦੀ ਹੈ,
ਪਰ ਇਹਦਾ ਪ੍ਰੈਸ਼ਰ ਇੰਟਰਨੈਸ਼ਨਲ ਮੀਡੀਆ ਦੇ ਰਾਹੀਂ ਸਰਕਾਰਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੈਣ ਦੀ ਉਮੀਦ ਨਜ਼ਰ ਆਉਂਦੀ ਆ। ਸੋ ਇਹੀ ਮੇਰੇ ਅੱਜ 2-3 ਵਿਚਾਰ ਸੀ। ਇੱਕ ਤਾਂ ਫਿਰ ਮੈਂ ਦੁਬਾਰਾ ਕਹਿਣਾ ਕਿ ਜੋ ਰਵੀ ਸਿੰਘ ਖਾਲਸਾ ਏਡ ਨੇ ਸੁਝਾਅ ਦਿੱਤੇ ਨੇ ਉਹਨਾਂ ਦੇ ਉੱਤੇ ਜ਼ਰੂਰ ਤੁਸੀਂ ਸਾਰੇ ਗੌਰ ਕਰਨਾ। ਤੇ ਦੂਸਰਾ, ਬਰਤਾਨੀਆ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਜਿਹੜੀ ਰਿਪਬਲਿਕ ਡੇ ਦੀ ਆਪਣੀ ਵਿਜ਼ਿਟ ਬਤੌਰ ਚੀਫ ਗੈਸਟ ਕੈਂਸਲ ਕੀਤੀ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਤੀਸਰਾ ਕਿ ਅਗਰ ਜਿਹੜੇ ਸਾਡੇ ਸਤਿਕਾਰਯੋਗ ਆਗੂ ਲੋਕ ਬਜ਼ੁਰਗ ਜਿਨ੍ਹਾਂ ਦਾ ਦੇਹਾਂਤ ਹੋ ਰਿਹਾ, ਅਗਰ ਉਹਨਾਂ ਨੂੰ ਉੱਥੇ ਹੀ ਰੱਖ ਕੇ ਉਹਨਾਂ ਦੀਆਂ ਡੈੱਡ ਬੋਡੀਜ਼ ਉਨੀ ਦੇਰ ਤੱਕ ਕ੍ਰੀਮੇਟ ਨਾ ਕੀਤੀਆਂ ਜਾਣ ਜਦ ਤੱਕ ਸਰਕਾਰ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਜਿਹੜੀਆਂ ਨਾ ਮੰਨਣ, ਮੈਂ ਸਮਝੂੰਗਾ ਇਸ ਗੱਲ ਦਾ ਬਹੁਤ ਵੱਡਾ ਪ੍ਰੈਸ਼ਰ ਪਵੇਗਾ। ਲਾਸਟ ਵਿੱਚ ਮੈਂ ਇਹੀ ਫੇਰ ਕਹਿਣਾ ਚਾਹੁੰਦਾ ਕਿ ਬਹੁਤ ਸੰਜਮ ਨਾਲ, ਬਹੁਤ ਸਹਿਣਸ਼ੀਲਤਾ ਨਾਲ, ਜਿੱਦਾਂ ਹੁਣ ਤੱਕ ਤੁਸੀਂ ਲੈ ਕੇ ਆਏ ਹੋ ਇਸ ਅੰਦੋਲਨ ਨੂੰ, ਫੈਸਲਾ ਤੁਸੀਂ ਕਰਨਾ ਵਾ। ਅਸੀਂ ਤਾਂ ਕਿਉਂਕਿ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਐਂਟਰਟੇਨ ਵੀ ਨਹੀਂ ਕਰਦੇ, ਔਰ ਅੱਛਾ ਫੈਸਲਾ ਸੀਗਾ। ਅਸੀਂ ਤੁਹਾਡੇ ਫ੍ਰਿੰਜ ਸਪੋਰਟਰਸ ਆ, ਅਸੀਂ ਤੁਹਾਡੇ ਪਿੱਛੋਂ ਸਪੋਰਟਰਸ ਆ। ਸਾਡੀਆਂ ਅਰਦਾਸਾਂ, ਸਾਡੀਆਂ ਸ਼ੁਭ ਕਾਮਨਾਵਾਂ ਹਰ ਵਕਤ ਇਸ ਅੰਦੋਲਨ ਦੇ ਨਾਲ। ਅਸੀਂ ਚਾਹੁੰਦੇ ਆ ਕਿ ਅੰਦੋਲਨ ਕਾਮਯਾਬ ਹੋਵੇ ਤਾਂ ਕਿ ਇੱਕ ਵਾਰ ਪੰਜਾਬ ਤੇ ਇਸ ਦੇਸ਼ ਦੇ ਵਿੱਚ ਇੱਕ ਜੈਨੂਇਨ ਅਲਟਰਨੇਟਿਵ ਵਿਕਲਪ ਜਿਹੜਾ ਪੈਦਾ ਹੋਣ ਦੀ ਉਮੀਦ ਬਣ ਸਕੇ। ਤਾਂ ਉਸ ਨੂੰ ਪੇਸ਼ੈਂਸ ਨਾਲ, ਸਟ੍ਰੈਟਜੀ ਨਾਲ, ਅਕਲਮੰਦੀ ਨਾਲ ਇਸ ਫੈਸਲੇ ਨੂੰ ਅੰਜਾਮ ਤੱਕ ਲੈ ਕੇ ਜਾਣ ਦੀ ਲੋੜ ਆ। ਨਾਲ ਮੇਰੀ ਮੋਦੀ ਸਰਕਾਰ ਨੂੰ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਠੀਕ ਹੈ, ਅਸੀਂ ਮੰਗਾਂ ਸਾਡੀਆਂ ਬਹੁਤ ਜਾਇਜ਼ ਨੇ, ਔਰ ਇਹ ਤੁਹਾਡੀਆਂ ਮੰਗਾਂ ਜਿਹੜੀਆਂ ਤੁਸੀਂ ਜਿਹੜਾ ਚਾਰਟਰ ਆਫ ਡਿਮਾਂਡਸ ਬਣਾਇਆ ਬਹੁਤ ਅੱਛਾ ਵਾ, ਪਰ ਨਾਲ ਤੁਸੀਂ ਇੱਕ ਦੋ ਗੱਲਾਂ ਹੋਰ ਨੋਟ ਕਰੋ ਜਿਹੜੀਆਂ ਕਿਉਂ ਨਹੀਂ ਕਰ ਰਹੇ। ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਰੋਨਾ ਦਾ ਬਹਾਨਾ ਬਣਾ ਕੇ ਇੰਡੀਆ ਦੀ ਸਰਕਾਰ ਨੇ ਬੰਦ ਕੀਤਾ ਹੋਇਆ, ਪਾਕਿਸਤਾਨ ਨੇ ਆਪਣੇ ਵਾਲਾ ਪਾਸਾ ਖੋਲ ਦਿੱਤਾ। ਗੁਰੂ ਨਾਨਕ ਸਾਹਿਬ ਦੇ ਬੜੇ ਅਹਿਮ ਦਿਹਾੜੇ ਹੁਣੇ ਨਵੰਬਰ ਦੇ ਵਿੱਚ ਗੁਜ਼ਰ ਕੇ ਗਏ ਨੇ। ਉਹਨਾਂ ਨੇ ਬਹੁਤ ਵਾਰੀ ਸੱਦਾ ਦਿੱਤਾ ਕਿ ਆਣ ਕੇ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਮੋਦੀ ਸਰਕਾਰ, ਬੀਜੇਪੀ ਸਰਕਾਰ ਦੱਸੇ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਬੰਦ ਕੀਤਾ ਹੋਇਆ, ਕੋਈ ਕਾਰਨ ਹੈ ਉਹਦਾ? ਜੇ ਕਰੋਨਾ ਕਾਰਨ ਹੈ ਤੇ ਫਿਰ ਬਿਹਾਰ ਦੀ ਇਲੈਕਸ਼ਨ 'ਚ ਲੱਖਾਂ ਦੇ ਇਕੱਠ ਹੋਏ। ਆ ਹੁਣੇ ਹੈਦਰਾਬਾਦ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨਾਂ 'ਚ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਸਮੇਤ ਸਾਰੇ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਜਾ ਕੇ ਸ਼ਿਰਕਤ ਕਰਦੇ ਨੇ। ਸਾਡਾ ਆਪਣਾ ਹੀ ਧਰਨਾ, ਉੱਥੇ ਲੱਖਾਂ ਦੀ ਤਾਦਾਦ ਵਿੱਚ ਲੋਕ ਬੈਠੇ ਹੋਏ ਨੇ। ਇਸ ਲਈ ਕਰੋਨਾ ਦਾ ਬਹਾਨਾ ਬਣਾ ਕੇ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਬੰਦ ਕਰਨਾ ਬਹੁਤ ਗਲਤ ਗੱਲ ਹੈ। ਤੇ ਨਾਲ ਹੀ ਜਿਹੜੇ ਸਿੱਖ ਕੈਦੀ ਨੇ ਬਹੁਤ ਅਰਸੇ ਤੋਂ ਆਪਣੀਆਂ ਆਪਣੇ ਸੈਂਟੈਂਸਸ, ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਉਹਨਾਂ ਨੂੰ ਵੀ ਜੇਲ੍ਹਾਂ ਵਿੱਚ ਰੱਖਣ ਦਾ ਕੋਈ ਤੁਕ ਨਹੀਂ ਬਣਦੀ। ਸੋ ਫੈਸਲਾ ਤੁਹਾਡਾ ਵਾ, ਚਾਰਟਰ ਆਫ ਡਿਮਾਂਡਸ ਤੁਸੀਂ ਰੱਖਣਾ ਵਾ, ਪਰ ਮੇਰੀ ਅਲੱਗ ਤੌਰ ਤੇ ਸਰਕਾਰ ਨੂੰ ਕਿ ਜੇ ਤੁਸੀਂ ਵਾਕਈ ਗ੍ਰੇਸ ਦਿਖਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ, ਤੁਸੀਂ ਵਾਕਈ ਤੁਸੀਂ ਸਮਝਦੇ ਆ ਕਿ ਇਹਨਾਂ ਲੋਕਾਂ ਨੇ ਇਸ ਦੇਸ਼ ਨੂੰ ਮਜ਼ਬੂਤ ਕਰਨ ਤੇ ਖੜਾ ਕਰਨ ਵਿੱਚ ਯੋਗਦਾਨ ਪਾਇਆ, ਤਾਂ ਬੜੀਆਂ ਜਾਇਜ਼ ਦੀਆਂ 2-3 ਛੋਟੀਆਂ-ਛੋਟੀਆਂ ਗੱਲਾਂ ਨੇ ਤੇ ਇਹਨਾਂ ਨੂੰ ਜ਼ਰੂਰ ਤੁਹਾਨੂੰ ਇਹਦੇ ਵਿੱਚ ਧਿਆਨ ਦੇਣਾ ਚਾਹੀਦਾ। ਅੰਤ ਵਿੱਚ ਮੈਂ ਸਾਰੇ ਸਮੂਹ ਜਿਹੜੇ ਅੰਦੋਲਨ ਵਿੱਚ ਬੈਠੇ ਬਹਾਦਰ ਲੋਕ ਨੇ, ਬਹੁਤ ਜੁਰਤ ਵਾਲੇ ਲੋਕ ਨੇ, ਔਰ ਨੌਜਵਾਨਾਂ ਦੀ ਮੈਂ ਜਿੰਨੀ ਤਾਰੀਫ ਕਰ ਸਕਦਾ ਉਨੀ ਥੋੜੀ ਆ, ਤੇ ਨਾਲ ਮੈਂ ਆਪਣੇ ਬਜ਼ੁਰਗਾਂ ਦੀ ਵੀ ਤਾਰੀਫ ਜਿੰਨੀ ਕਰਾਂ। ਉਹਨਾਂ ਨੇ ਬਹੁਤ ਅੱਛੇ ਵਿਚਾਰ ਪੇਸ਼ ਕੀਤੇ ਨੇ। ਸਾਰੀ ਦੁਨੀਆ ਦੇ ਵਿੱਚ ਸਭ ਨੂੰ ਲਾਜਵਾਬ ਕਰ ਦਿੱਤਾ, ਸਾਰੇ ਮੀਡੀਆ ਨੂੰ ਲਾਜਵਾਬ ਕਰਤਾ, ਸਾਰੀਆਂ ਸਰਕਾਰਾਂ ਨੂੰ ਲਾਜਵਾਬ ਕਰਤਾ। ਤਾਂ ਤੁਸੀਂ ਬਹੁਤ ਸ਼ਲਾਘਾ ਦੇ ਯੋਗ ਹੋ। ਬਹੁਤ ਸਾਡਾ ਸਿਰ ਝੁਕਦਾ ਤੁਹਾਡੇ ਅਦਬ ਦੇ ਨਾਲ ਜੋ ਵੀ ਉੱਥੇ ਜਾ ਕੇ ਇਸ ਅੰਦੋਲਨ ਵਿੱਚ ਹਿੱਸਾ ਲੈ ਰਹੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਵਿਚਾਰਾਂ ਦੇ ਨਾਲ ਸਾਂਝ ਪਾਉਣ ਲਈ ਤੁਹਾਡਾ ਧੰਨਵਾਦ ਕਰਦਾ। ਅਗਰ ਠੀਕ ਲੱਗੇ ਤਾਂ ਇਹਨਾਂ ਨੂੰ ਸ਼ੇਅਰ ਕਰਨਾ ਤਾਂ ਕਿ ਗੱਲ ਆਪਣੀ ਅਖੀਰ ਤੱਕ ਪਹੁੰਚ ਸਕੇ।